पंजाब पुलिस की तशद्दद की कहानी बहुत लंबी है। चाहे 84 का दौर हो, चाहे वो आतंकवाद का, जिस तरीके नाल नौजवान घरों चुक के मारे गए सी, अज तक मावां दे अखां दे विच हंझू ने। आपां अज गलबात करांगे DGP सुमेध सैनी की, जिन्हां दे उपर केस चलदा पिया बलवंत सिंह मुल्तानी दे मारन दा कि तशद्दद करके उन्हां ने मारिया सी। अज आपां गलबात करांगे बलवंत सिंह मुल्तानी दे भरा परविंदर सिंह मुल्तानी दे, जिन्हां दे वकील ने प्रदीप विरक। उन्हां कोल सारी डिटेल लवांगे कि इस केस विच हुण की चल रहा ते कोर्ट विच किहड़े-किहड़े फैसले आए ने। क्योंकि DGP सैनी ने जिस तरीके नाल मुल्तानी नूं चुक के मारिया सी, उस तो बाद काफ़ी मामला सुर्खियां विच भी रहा सी। और ये भी जानने की कोशिश करांगे कि जदों DGP सन सुमेध सैनी, उस समय उन्हां दा इन्ना दबदबा हैगा सी कि उन्हां ते कोई केस ही नहीं हो पाया। जदों रिटायर हो गए उस तो बाद एक केस चर्चा दे विच आया तो गवाह भी सामने आन लग पे। और गवाह भी जिहड़े आए ने, दो पुलिस वाले गवाह आए ने, एक जगीर सिंह ते दूसरे कुलदीप सिंह। उन्हां दी स्टेटमेंट हो गई है, मेरे हत्थ विच ये स्टेटमेंट है जो उन्होंने कोर्ट विच दित्ती है। तो अज दूसरी बार उन्होंने कोर्ट विच पेश किया गया सी स्टेटमेंट वास्ते। आपां प्रदीप विरक जी नाल गलबात करांगे और डिटेल नाल गलबात करांगे, चानना पावांगे कि हुण केस कित्थों तक पहुँच चुकिया है, इस केस विच हुण चलदा की पिया, कि किते मीडिया विच भी खबरां आ रही ने, जो मीडिया विच खबरां आ रही ने कि वो सही ने। आपां प्रदीप विरक जी नाल भी गलबात करांगे। प्रदीप जी, सब तो पहले मेरा सवाल है कि पूरी डिटेल की इस केस की, क्योंकि कई लोग इहो ਜਿਹੇ भी हैगे ने थोड़ी उलझन विच हैगे ने, डिटेल बारे भी की डिटेल है, किद्दां मुल्तानी नूं उत्थों चक्किया गया सी, की हैगा सी, पर दर्शकों नूं डिटेल दसो कि डिटेल 'ਚ मामला की है। 1991 ਦੇ ਵਿੱਚ ਸੁਮੇਧ ਸਿੰਘ ਸੈਣੀ SSP ਚੰਡੀਗੜ੍ਹ ਸੀ। ਉਸ ਵੇਲੇ ਸੁਮੇਧ ਸੈਣੀ ਤੇ ਬੰਬ ਬਲਾਸਟ ਹੋਇਆ, ਜਿਹਦੇ ਵਿੱਚ ਸੁਮੇਧ ਸੈਣੀ ਨੇ ਬਹੁਤ ਲੋਕਾਂ ਨੂੰ ਐਕਿਊਜ਼ਡ ਬਣਾਇਆ। ਹੁਣ ਉੱਥੇ ਬਹੁਤ ਸਾਰੇ ਇਨੋਸੈਂਟ ਲੋਕ ਵੀ ਵਿੱਚ ਇੰਪਲੀਕੇਟ ਕੀਤੇ, ਜਿਹਦੇ ਵਿੱਚ ਬਲਵੰਤ ਸਿੰਘ ਮੁਲਤਾਨੀ, ਪ੍ਰੋਫੈਸਰ ਭੁੱਲਰ ਦੀ ਫੈਮਿਲੀ ਦੇ ਕੁਝ ਮੈਂਬਰਸ, ਉਹ ਵੀ ਸਾਰੇ ਇਨਵੋਲਵਡ ਸੀ। ਹੁਣ ਇੱਥੇ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਚੁੱਕ ਕੇ ਇਲੀਗਲੀ ਡਿਟੇਨ ਕੀਤਾ, ਕਸਟਡੀ 'ਚ ਟੌਰਚਰ ਕੀਤਾ ਔਰ ਉਹਦੀ ਡੈਥ ਤੋਂ ਬਾਅਦ ਉਹਦੇ 'ਤੇ ਝੂਠੇ ਕੇਸ ਪਲਾਂਟ ਕੀਤੇ। ਫਿਰ ਉਹਨੂੰ ਕਸਟਡੀ 'ਚੋਂ ਭੱਜਿਆ ਹੋਇਆ ਸ਼ੋਅ ਕੀਤਾ ਗਿਆ ਔਰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਵਾਇਆ। ਸੋ ਇਹ ਸਾਰਾ ਕੁਝ ਸੁਮੇਧ ਸਿੰਘ ਸੈਣੀ ਨੇ ਕਰਵਾਇਆ। ਹੁਣ ਉਸ ਤੋਂ ਬਾਅਦ ਕੁਝ ਐਕਿਊਜ਼ ਜਿਹੜੇ ਬਣਾ ਕੇ ਨੇ ਟਰਾਇਲ ਫੇਸ ਕਰਵਾਈ ਉਸ ਕੇਸ ਦੇ ਵਿੱਚ, ਉਹ ਟਰਾਇਲ 2006 ਦੇ ਵਿੱਚ ਮੁੱਕੀ, ਉਹ ਐਕਿਊਜ਼ਡ ਬਰੀ ਹੋਏ। ਫਿਰ 2007 ਦੇ ਵਿੱਚ ਅਪੀਲ ਜਦੋਂ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀ, ਉਸ ਵੇਲੇ ਹਾਈ ਕੋਰਟ ਦੇ ਵਿੱਚ ਪ੍ਰੋਕਲੇਮਡ ਅਫੈਂਡਰਸ ਜਿਹੜੇ ਭਗੌੜੇ ਸੀ, ਜਿਹੜੇ ਉਹਨਾਂ ਨੂੰ ਲੱਭਣ ਦੇ ਲਈ ਕੋਰਟ ਨੇ ਆਰਡਰਸ ਕੀਤੇ। ਉਹਨਾਂ ਆਰਡਰਸ ਦੀ ਇੰਪਲੀਮੈਂਟੇਸ਼ਨ ਦੇ ਦੌਰਾਨ ਮੁਲਤਾਨੀ ਦੇ ਫਾਦਰ ਪ੍ਰੋਫੈਸਰ ਲੇਟ ਮਿਸਟਰ ਮੁਲਤਾਨੀ ਜਿਹੜੇ IAS ਸੀ, ਉਹਨਾਂ ਨੇ ਐਪਲੀਕੇਸ਼ਨ ਲਾਈ ਕਿ ਮੇਰੇ ਬੇਟੇ ਨੂੰ ਗਲਤ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕੀਤਾ, ਇਹਨੂੰ ਸੁਮੇਧ ਸਿੰਘ ਸੈਣੀ ਨੇ ਮਾਰ ਦਿੱਤਾ ਸੀ। ਉਹਦੇ ਉੱਤੇ ਉਹ ਇਨਵੈਸਟੀਗੇਸ਼ਨ CBI ਨੂੰ ਮਾਰਕ ਹੋਈ। ਫਿਰ ਪ੍ਰੋਫੈਸਰ ਭੁੱਲਰ ਦੀ ਫੈਮਿਲੀ ਅੱਗੇ ਆਈ, ਉਹਨਾਂ ਨੇ ਵੀ ਆਹੀ ਕਿਹਾ, ਉਹ ਇਨਵੈਸਟੀਗੇਸ਼ਨ ਵੀ ਨਾਲ ਹੀ CBI ਨੂੰ ਦਿੱਤੀ ਗਈ। ਫਿਰ 9 ਮਹੀਨੇ ਤਫਤੀਸ਼ ਤੋਂ ਬਾਅਦ 2008 ਦੇ ਵਿੱਚ 70 ਵਿਟਨੈਸ ਐਗਜ਼ਾਮਿਨ ਕਰਨ ਤੋਂ ਬਾਅਦ ਸੁਮੇਧ ਸੈਣੀ ਦੇ ਖਿਲਾਫ CBI ਨੇ FIR ਦਰਜ ਕੀਤੀ ਇਸ ਕੇਸ ਦੇ ਵਿੱਚ। ਫਿਰ ਇੱਕ ਟੈਕਨੀਕਲ ਇਸ਼ੂ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਇਹਨੂੰ ਚੈਲੰਜ ਕੀਤਾ ਪੰਜਾਬ ਗਵਰਨਮੈਂਟ ਨੇ ਔਰ ਸੁਮੇਧ ਸੈਣੀ ਨੇ, ਔਰ ਉਹ ਟੈਕਨੀਕੈਲਿਟੀ ਦੇ ਉੱਤੇ ਕਿ ਇਹ ਸਿੰਗਲ ਬੈਂਚ ਕੋਲ ਕੇਸ ਜਾਣਾ ਚਾਹੀਦਾ ਸੀ ਔਰ ਸੁਮੇਧ ਸਿੰਘ ਸੈਣੀ ਨੂੰ ਸੁਣਿਆ ਨਹੀਂ ਗਿਆ। ਇਸ ਗਰਾਊਂਡ 'ਤੇ ਇਹ ਆਰਡਰ ਕੁਐਸ਼ ਹੋਇਆ, ਜਿਹਦੇ ਕਰਕੇ ਇਨਵੈਸਟੀਗੇਸ਼ਨ ਵੀ ਸੈਟੀਸਫਾਈਡ ਹੋਈ। ਲੇਕਿਨ ਇੱਕ ਐਂਡ ਦੇ ਵਿੱਚ ਲਿਬਰਟੀ ਦਿੱਤੀ ਗਈ। ਆਨਰੇਬਲ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜੇ ਵਿਕਟਿਮ ਫੈਮਿਲੀ ਹੈ, ਜਿਹੜੀ ਅਕਿਊਜ਼ ਨੇ, ਜਿਹੜੇ ਪਟੀਸ਼ਨਰਸ ਨੇ, ਜੇ ਉਹ ਪਟੀਸ਼ਨਰਸ ਚਾਹੁਣ ਦੁਬਾਰਾ ਇਨ ਅਕੋਰਡੈਂਸ ਵਿਦ ਲਾਅ ਪ੍ਰੋਸੈਸ ਸ਼ੁਰੂ ਕਰ ਸਕਦੇ ਆ, ਸੈਟਿੰਗ ਦ ਲਾਅ ਇਨ ਮੋਸ਼ਨ ਅਗੇਨ। ਹੁਣ ਉਸ ਚੀਜ਼ ਦੇ ਉੱਤੇ 7 ਦਸੰਬਰ 2011 ਨੂੰ ਆ ਜਜਮੈਂਟ ਆਈ। ਦੁਬਾਰਾ ਕੰਪਲੇਂਟ ਦੇ ਕੇ ਸ਼ੁਰੂ ਕਰਨਾ ਇਹਨਾਂ ਲਈ ਤਾਂ ਪੋਸੀਬਲ ਨਹੀਂ ਹੋਇਆ ਬਿਕੋਜ਼ 2 ਮਹੀਨੇ ਬਾਅਦ ਸੁਮੇਧ ਸੈਣੀ DG ਬਣ ਗਏ ਪੰਜਾਬ ਦੇ। ਸੋ ਆਬਵੀਅਸ ਹੈ DG ਦੇ ਖਿਲਾਫ ਕਿਹਨੇ ਕੰਪਲੇਂਟ ਦੇਣੀ ਹੈ। ਫਿਰ 2014 'ਚ ਮਿਸਟਰ ਮੁਲਤਾਨੀ ਦੀ ਡੈਥ ਹੋ ਗਈ। ਹੁਣ ਜਿਹੜੇ ਡਿਸੀਜ਼ ਦੇ ਬ੍ਰਦਰ ਨੇ ਬਲਵਿੰਦਰ ਸਿੰਘ ਮੁਲਤਾਨੀ, ਉਹਨਾਂ ਨੇ ਆ ਕੰਪਲੇਂਟ ਦਿੱਤੀ ਹੈ ਔਰ ਉਹਦੇ ਬੇਸਿਸ ਤੇ FIR ਰਜਿਸਟਰ ਹੋ ਕੇ ਤਫਤੀਸ਼ ਸ਼ੁਰੂ ਹੋਈ ਹੈ। ਹੁਣ ਚਰਚਾ ਕਾਫੀ ਚੱਲਦੀ ਰਹੀ ਇਸ ਕੇਸ ਨੂੰ ਲੈ ਕੇ। ਹੁਣ ਅੱਜ ਦਾ ਦਿਨ ਦੀ ਗੱਲ ਕਰੀਏ, ਹੁਣ ਕੇਸ ਕਿੱਥੋਂ ਤੱਕ ਪਹੁੰਚ ਗਿਆ, ਕਿੰਨੀ ਦੀ ਗਵਾਹੀਆਂ ਹੋ ਚੁੱਕੀਆਂ ਨੇ, ਹੁਣ ਕੋਰਟ ਨੇ ਕੀ ਕਿਹਾ ਇਸ ਕੇਸ ਉੱਪਰ? ਦੇਖੋ, ਗਵਾਹੀਆਂ ਜਨਰਲੀ ਟਰਾਇਲ ਦੌਰਾਨ ਅਸੀਂ ਰੈਫਰ ਕਰਦੇ ਹਾਂ। ਅਜੇ ਤਾਂ ਕੇਸ ਤਫਤੀਸ਼ ਦੇ ਵਿੱਚ ਹੈ। ਅਜੇ ਕਿੰਨੀ ਦੇਰ ਇਹ ਤਫਤੀਸ਼ ਚੱਲਦੀ ਹੈ, ਕਿੰਨੀ ਟਰਾਇਲ ਦੇ ਵਿੱਚ ਕਿੰਨੇ ਕੇ ਅਕਿਊਜ਼ ਦੇ ਖਿਲਾਫ ਚਲਾਨ ਦਿੰਦੇ ਹੈ, ਕਦੋਂ ਚਲਾਨ ਦਿੰਦੇ ਹੈ ਔਰ ਫਿਰ ਟਰਾਇਲ ਕਿੰਨੀ ਦੇਰ ਲੈਂਦਾ, ਉਹ ਆਊਗਾ। ਅਜੇ ਤਾਂ 164 ਦੇ ਬਿਆਨ ਕਹਿੰਦੇ ਹੈ, ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਕੁਝ ਵਿਟਨੈਸ ਜਿਹੜੇ ਹੁੰਦੇ ਆ ਉਹਨਾਂ ਦੇ ਬਿਆਨ ਕਰਾਏ ਜਾਂਦੇ ਆ, ਉਹ ਬਿਆਨ ਕਰਾਉਣ ਦੇ ਪ੍ਰੋਸੀਜਰ ਚੱਲ ਰਿਹਾ।
ਤਿੰਨ ਜਾਂ ਚਾਰ ਇਹਨਾਂ ਨੇ ਪ੍ਰੋਸੀਕਿਊਸ਼ਨ ਵਿਟਨੈਸਿਸ ਦੇ ਬਿਆਨ ਕਰਾਏ ਹੈ। ਉਸ ਤੋਂ ਇਲਾਵਾ ਦੋ ਐਕਿਊਜ਼ਡ ਉਹਨਾਂ ਨੂੰ ਵਾਅਦਾ ਮਾਫ ਗਵਾਹ ਬਣਾਇਆ ਗਿਆ। ਵਾਅਦਾ ਮਾਫ ਗਵਾਹ ਹੁੰਦਾ ਜਿਹੜੇ ਬੰਦੇ ਜਿਨ੍ਹਾਂ ਨੇ ਮੇਨ ਆਫੈਂਸ ਨਹੀਂ ਕਮਿਟ ਕੀਤਾ ਹੁੰਦਾ, ਉਹ ਕਹਿੰਦੇ ਆ ਕਿ ਜੀ ਅਸੀਂ ਸਾਰੀ ਸੱਚਾਈ ਬਿਆਨ ਕਰਾਂਗੇ, ਇਨ ਰਿਟਰਨ ਜੋ ਐਵੀਡੈਂਸ ਦੀ ਕਮੀ ਹੈ ਉਹ ਸਾਰੀ ਕਮੀ ਵੀ ਪੂਰੀ ਹੋ ਜਾਊਗੀ, ਔਰ ਇਨ ਰਿਟਰਨ ਸਾਨੂੰ ਸਾਡੇ ਜੁਰਮ ਤੋਂ ਮਾਫੀ ਦਿੱਤੀ ਜਾਵੇ, ਸਾਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ। ਉਸ ਗਰਾਊਂਡ ਤੇ ਕੋਰਟ ਅਲਾਉ ਕਰਦੀ ਹੈ। ਹੁਣ ਇਸ ਕੇਸ ਦੇ ਵਿੱਚ ਇੰਸਪੈਕਟਰ ਜਗੀਰ ਸਿੰਘ ਔਰ ਇੰਸਪੈਕਟਰ ਕੁਲਦੀਪ ਸਿੰਘ ਇਹਨਾਂ ਦੋਵਾਂ ਨੇ ਆਪਣੀ ਵਾਅਦਾ ਮਾਫ ਗਵਾਹ ਬਣਨ ਦੀ ਐਪਲੀਕੇਸ਼ਨ ਲਾਈ, ਜਿਹਨੂੰ ਕੋਰਟ ਨੇ ਮਨਜ਼ੂਰ ਕੀਤਾ ਔਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਹੋਈ ਹੈ। ਸੋ ਉਸ ਚੀਜ਼ ਤੇ ਉਹ ਵਾਅਦਾ ਮਾਫ ਗਵਾਹ ਬਣੇ ਔਰ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ ਕੇਸ ਦੀਆਂ, ਜਿਹੜੀਆਂ ਹੁਣ ਤੱਕ ਸਾਹਮਣੇ ਨਹੀਂ ਆ ਰਹੀਆਂ ਸੀ। ਚਰਚਾ ਵੀ ਚੱਲਦੀ ਆਈ ਦੀ ਕਿ ਜਿਸ ਤਰੀਕੇ ਨਾਲ ਰਾਜਨੀਤੀ ਵੀ ਕਿਤੇ ਚਰਚਾ ਚੱਲਦੀ ਆਈ ਹੈ ਕੇਸ ਵਿੱਚ ਕਿ ਰਾਜਨੀਤੀ ਵੀ ਕਿਤੇ ਨਾ ਕਿਤੇ ਇੰਟਰਫੇਅਰ ਕੀਤੀ ਹੋਈ ਹੈ। ਜੇ ਦੋਨੋਂ ਗਵਾਹ ਬਣੇ ਨੇ, ਕੋਈ ਰਾਜਨੀਤੀ ਦਬਦਬਾ ਤਾਂ ਨਹੀਂ ਹੈਗਾ ਕਿ ਆਪਣੀ ਮਰਜ਼ੀ ਨਾਲ ਦੋਨੋਂ ਗਵਾਹ ਆਏ ਨੇ, ਜਗੀਰ ਸਿੰਘ ਤੇ ਕੁਲਦੀਪ ਸਿੰਘ? ਦੇਖੋ, ਸੁਮੇਧ ਸੈਣੀ ਦੀ ਇੱਕ ਆਦਤ ਹੈ ਹਰ ਚੀਜ਼ ਨੂੰ ਆਊਟ ਆਫ ਪ੍ਰੋਪੋਰਸ਼ਨ ਬਲੋ ਕਰਨਾ ਔਰ ਸ਼ੋਅ ਕਰਨਾ ਕਿ ਉਹ ਬੜਾ ਅਪਰਾਈਟ ਅਫਸਰ ਹੈ। ਇਹਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ। ਸੁਮੇਧ ਸੈਣੀ ਨੇ ਹਾਈ ਕੋਰਟ ਪਟੀਸ਼ਨ ਪਾਈ ਹੋਈ ਹੈ ਜਿੱਥੇ ਉਹ ਕਹਿ ਰਿਹਾ ਕਿ ਜੀ ਇਹ ਕੇਸ ਦੀ ਤਫਤੀਸ਼ CBI ਤੋਂ ਕਰਵਾ ਲਓ। ਚਲੋ ਮੰਨ ਲੈਂਦੇ ਹਾਂ CBI ਫੇਅਰ ਹੈ, ਸੈਣੀ ਦੀ ਗੱਲ ਹੀ ਮੈਂ ਮੰਨਦਾ, CBI ਬਹੁਤ ਫੇਅਰ ਹੈ, ਤੇ CBI ਤਾਂ ਆਲਰੇਡੀ ਸੁਮੇਧ ਸੈਣੀ ਨੂੰ ਪ੍ਰੋਸੀਕਿਊਟ ਕਰ ਰਹੀ ਹੈ ਦਿੱਲੀ 'ਚ। ਸੈਣੀ ਦੇ ਖਿਲਾਫ ਇੱਕ CBI ਦਾ ਮੁਕੱਦਮਾ ਚੱਲ ਰਿਹਾ ਜਿਹਦੇ ਵਿੱਚ CBI ਕਹਿ ਰਹੀ ਹੈ ਕਿ ਸੈਣੀ ਨੇ ਇਨੋਸੈਂਟ ਬੰਦੇ ਮਾਰੇ ਆ ਪਰਸਨਲ ਦੁਸ਼ਮਣੀ ਕਰਕੇ। ਜੇ CBI ਫੇਅਰ ਹੈ ਤੇ ਸੈਣੀ ਦਿੱਲੀ ਕੇਸ 'ਚ ਆ ਕਿਉਂ ਕਹਿ ਰਿਹਾ ਕਿ CBI ਨੇ ਮੇਰੇ ਤੇ ਗਲਤ ਪਰਚਾ ਦਿੱਤਾ, ਝੂਠਾ ਪਰਚਾ ਦਿੱਤਾ ਹੈ? ਸੈਣੀ ਨੂੰ ਉੱਥੇ ਕਹਿਣਾ ਚਾਹੀਦਾ CBI ਫੇਅਰ ਹੈ, ਮੇਰਾ ਸਟੈਂਡ ਆਇਆ ਕਿ CBI ਫੇਅਰ ਹੈ, ਮੈਂ CBI ਤੇ ਡਾਊਟ ਨਹੀਂ ਕਰਦਾ। ਉੱਥੇ ਸੈਣੀ ਕਹਿੰਦਾ ਜੀ CBI ਗਲਤ ਹੈ, ਜਿੱਥੇ CBI ਕਹਿੰਦੀ ਹੈ ਸੈਣੀ ਗਲਤ ਹੈ। ਉੱਥੇ ਸੈਣੀ ਕਹਿੰਦਾ CBI ਅਨਫੇਅਰ ਹੈ। ਜਦੋਂ ਪੰਜਾਬ ਪੁਲਿਸ ਦੀ ਵਾਰੀ ਆਉਂਦੀ ਹੈ, ਸੈਣੀ ਕਹਿੰਦਾ ਪੰਜਾਬ ਪੁਲਿਸ ਅਨਫੇਅਰ ਹੈ ਕਿਉਂਕਿ ਪੰਜਾਬ ਪੁਲਿਸ ਕਹਿ ਰਹੀ ਹੈ ਸੈਣੀ ਨੇ ਗਲਤ ਕੀਤਾ। ਸੋ ਇਹਦਾ ਮਤਲਬ ਸਾਰੀ ਦੁਨੀਆ ਗਲਤ ਹੈ। ਸੈਣੀ ਮਨ ਵਿੱਚ ਚੋਰ ਹੈ ਕਿਤੇ, ਤਾਂ ਕਰਕੇ ਸਟੇਟਮੈਂਟ ਹੋ ਰਹੀ ਹੈ। ਮਨ 'ਚ ਚੋਰ ਨਹੀਂ, ਉਹਨੂੰ ਸੱਚਾਈ ਪਤਾ ਆਪਣੀ। ਤੁਹਾਡਾ ਕਿਹੜਾ ਦਰਸ਼ਕ ਹੈ ਜਿਹਨੂੰ ਨਹੀਂ ਪਤਾ ਕਿ ਸੁਮੇਧ ਸਿੰਘ ਸੈਣੀ ਨੇ ਕੀ ਤਸ਼ੱਦਦ ਢਾਈ ਹੈ? ਮੈਂ ਕਹਿੰਦਾ ਓਪਨਲੀ ਔਨ ਰਿਕਾਰਡ ਕਹਿੰਦਾ ਕਿ ਸੁਮੇਧ ਸਿੰਘ ਸੈਣੀ ਧੱਬਾ ਹੀ ਯੂਨੀਫਾਰਮ 'ਚ ਉਹਨੇ ਇਨੋਸੈਂਟ ਬੰਦੇ ਮਾਰੇ ਆ। ਮੈਂ ਕਹਿੰਦਾ ਤੁਹਾਡੇ ਦਰਸ਼ਕ ਜਾਣਦੇ ਆ, ਤੁਹਾਡੇ ਬਹੁਤ ਲੋਕ ਆਨਲਾਈਨ, ਮਤਲਬ ਤੁਸੀਂ ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਲੋਕ ਆ ਗੱਲ ਓਪਨਲੀ ਲਿਖਦੇ ਆ, ਕਿੰਨੇ ਲੋਕ YouTube ਤੇ ਕਮੈਂਟਸ ਪਾਉਂਦੇ ਆ, ਇਹਦੇ ਕਿੰਨੇ ਜੁਰਮ ਲੋਕੀ ਹਾਈਲਾਈਟ ਕਰ ਰਹੇ ਆ। ਉਹ ਤਾਂ ਠੀਕ ਹੈ, ਪ੍ਰੋਸੈਸ ਆਫ ਲਾਅ ਨਹੀਂ ਸੈਟ ਇਨ ਮੋਸ਼ਨ ਹੋ ਰਿਹਾ, ਕੋਈ ਕੰਪਲੇਨੈਂਟ ਅੱਗੇ ਨਹੀਂ ਆਇਆ ਡਰਦਾ ਜਾਂ ਕੋਈ ਰੀਜ਼ਨ ਹੋਇਆ, ਬਟ ਅਦਰਵਾਈਜ਼ ਜੇ ਅਸੀਂ ਆਹ ਐਗਜ਼ਾਮਪਲ ਲਈਏ ਤੇ ਸੁਮੇਧ ਸਿੰਘ ਸੈਣੀ ਦਾ ਸਟੈਂਡ ਹੈ ਕਿ ਸੋ ਇੱਥੇ ਵੀ ਉਹਨੇ ਆਊਟ ਆਫ ਪ੍ਰੋਪੋਰਸ਼ਨ ਬਲੋ ਕਰਨ ਲਈ ਕਿ ਜੀ ਮੇਰੇ ਖਿਲਾਫ ਤਾਂ ਕਿਉਂਕਿ ਮੈਂ ਕੰਮ ਕੀਤਾ, ਕਿਤੇ CM ਅਗੇਂਸਟ ਹੈ, ਕਿਤੇ ਕੋਈ ਅਗੇਂਸਟ ਹੈ। ਮੈਨੂੰ ਦੱਸੋ, ਜੇ CM ਸਾਹਿਬ ਨੇ ਇਹਦੇ ਅਗੇਂਸਟ ਜਾਣਾ ਹੁੰਦਾ, 17 ਦੀ ਸਰਕਾਰ ਬਣੀ ਹੈ, 2017 'ਚ ਇਹਨੂੰ ਚੁੱਕ ਕੇ ਅੰਦਰ ਦਿੰਦੇ, ਹੈ ਕੀ ਹੈ? ਜਿਸ ਤਰੀਕੇ ਨਾਲ ਗਵਾਹੀਆਂ ਹੋ ਰਹੀਆਂ ਨੇ, ਮੈਂ ਪਹਿਲਾਂ ਵੀ ਜਿੱਦਾਂ ਕਿਹਾ ਕਿ ਗਵਾਹੀਆਂ ਹੋ ਰਹੀਆਂ ਨੇ, ਗਵਾਹੀਆਂ ਦੇ ਬਿਆਨ ਜਿਹੜੇ ਹੈਗੇ ਨੇ ਮੀਡੀਆ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਦਿਖਾ ਦੇ ਨੇ। ਜੇ ਕੁਲਦੀਪ ਸਿੰਘ ਦੀ ਗੱਲ ਕਰ ਲਈਏ ਆਪਾਂ, ਉਹ ਬਿਆਨਾਂ ਦਾ ਕੀ ਸੱਚ ਹੈ ਵੀ ਹੁਣ ਜਿਸ ਤਰ੍ਹਾਂ ਪੇਪਰ ਵਿੱਚ ਵੀ ਆ ਰਿਹਾ ਸੀ ਕਿ ਦੋਨਾਂ ਦੇ ਬਿਆਨ ਨਹੀਂ ਆਪਸ ਵਿੱਚ ਮਿਲਦੇ ਪਏ 11 ਤੇ 13 ਦਸੰਬਰ 1991 ਦੇ। ਦੇਖੋ, ਬਿਆਨ ਥੋੜੀ ਨਾਲ ਮਿਲਨੇ ਹੁੰਦੇ ਹੈ। ਜਿਹੜੇ ਵਾਅਦਾ ਮਾਫ ਗਵਾਹ ਹੁੰਦੇ ਹੈ ਉਹ ਐਕਿਊਜ਼ਡ ਨੇ ਜਿਨ੍ਹਾਂ ਨੂੰ ਗਵਾਹ ਬਣਾਇਆ ਜਾ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕੁਝ ਅੱਡ-ਅੱਡ ਹਿੱਸਿਆਂ ਦੀਆਂ ਡਿਟੇਲਸ ਦਿੱਤੀਆਂ ਜਿਹੜੀਆਂ ਕਿਸੇ ਨੂੰ ਨਹੀਂ ਪਤਾ। ਹੁਣ ਇਸ ਕੇਸ ਦੇ ਵਿੱਚ ਮੁਲਤਾਨੀ ਦੇ ਸੁਮੇਧ ਸੈਣੀ ਨੇ ਥਾਣੇ 'ਚ ਬੈਠ ਕੇ ਆਪ ਆਪਣੀ ਸੁਪਰਵਿਜ਼ਨ ਤੇ ਔਰ ਆਪਣੇ ਆਰਡਰਸ ਦੇ ਉੱਤੇ ਮੁਲਤਾਨੀ ਦੇ ਪਿੱਛੇ ਡੰਡਾ ਦਵਾ ਕੇ ਡੰਡੇ ਤੇ ਠੁੱਡ ਮਰਵਾਈ, ਜਿਹਦੇ ਕਰਕੇ ਮੁਲਤਾਨੀ ਕੋਲੈਪਸ ਕਰ ਗਿਆ। ਹੁਣ ਇਸ ਚੀਜ਼ ਦਾ ਜਗੀਰ ਸਿੰਘ ਆਈ ਵਿਟਨੈਸ ਹੈ। ਇਹ ਟਾਰਚਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੰਦ ਕਮਰੇ 'ਚ ਹੋਇਆ। ਸੋ ਆਬਵੀਅਸਲੀ ਕੋਈ ਸਿਵਿਲੀਅਨ ਉੱਥੇ ਸੀ ਨਹੀਂ। 29 ਸਾਲ ਬਾਅਦ ਨਾ ਉਹ ਡੰਡਾ ਰਿਕਵਰ ਹੋਣਾ, ਨਾ ਬੋਡੀ ਰਿਕਵਰ ਹੋਣੀ ਹੈ, ਨਾ ਉਹ ਕੱਪੜੇ ਰਿਕਵਰ ਹੋਣੇ ਹੈ। ਸੋ ਆਬਵੀਅਸ ਇਹ ਗੱਲ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਕਿੱਥੋਂ ਇਹ ਸੱਚਾਈ ਬਾਹਰ ਆਉਣੀ ਹੈ? ਇੱਕ ਐਕਿਊਜ਼ ਨੇ ਆ ਕੇ ਕਿਹਾ ਹੈ ਕਿ ਜੀ ਮੈਨੂੰ ਵਾਅਦਾ ਮਾਫ ਗਵਾਹ ਬਣਾਓ, ਮੈਂ ਸੱਚਾਈ ਬਿਆਨ ਕਰਦਾ, ਉਹਨੇ ਕੀਤੀ। ਜਿਸ ਤੱਕ ਹੁਣ ਪੁਲਿਸ ਵਾਲੇ ਮੈਂ ਦੱਸਦਾ ਅੱਗੇ। ਅੱਛਾ, ਹੁਣ ਕੁਲਦੀਪ ਸਿੰਘ ਤੇ ਆ ਜਾਓ। ਕੁਲਦੀਪ ਸਿੰਘ ਇਸ ਚੀਜ਼ ਨੂੰ ਸਪੋਰਟ ਕਰ ਰਿਹਾ ਕਿ 11 ਤਰੀਕ ਨੂੰ ਚੁੱਕਿਆ ਨਾ ਕਿ 13, 2 ਦਿਨ ਦੀ ਇਲੀਗਲ ਡਿਟੈਂਸ਼ਨ ਕੁਲਦੀਪ ਸਿੰਘ ਪ੍ਰੂਵ ਕਰ ਰਿਹਾ। ਇਹਨਾਂ ਦੇ ਬਿਆਨ ਆਪਸ 'ਚ ਨਹੀਂ ਮੈਚ ਕਰਨੇ, ਇਹਨਾਂ ਦੋਵਾਂ ਨੇ ਅੱਡ-ਅੱਡ ਚੀਜ਼ਾਂ ਨੂੰ ਪ੍ਰੂਵ ਕੀਤਾ ਹੈ। ਜੇ ਹੁਣ ਹਰ ਸਹਾਏ ਇੱਕ ਹੋਰ ਐਕਿਊਜ਼ ਸੀ ਜਿਹਨੇ ਐਪਲੀਕੇਸ਼ਨ ਲਾਈ, ਕੋਰਟ ਨੇ ਉਹਨੂੰ ਕਿਉਂ ਨਹੀਂ ਬਣਾਇਆ ਅਪਰੂਵਰ? ਵਾਅਦਾ ਮਾਫ ਗਵਾਹ ਕਿਉਂ ਨਹੀਂ ਬਣਾਇਆ? ਕੋਰਟ ਨੇ ਕਿਹਾ ਕੋਈ ਨਹੀਂ, ਆ 2 ਤੋਂ ਹੀ ਸਾਰਾ ਕੁਝ ਹੋ ਰਿਹਾ। ਸੋ ਇਸ ਕਰਕੇ ਸਾਨੂੰ ਲੋੜ ਨਹੀਂ ਤੀਜੇ ਅਪਰੂਵਰ ਦੀ। ਜਿਸ ਤਰੀਕੇ ਨਾਲ ਹੁਣ ਤੁਸੀਂ ਗੱਲ ਕਰਦੇ ਕਿ ਦੋਨੇ ਪੁਲਿਸ ਵਾਲੇ ਸਾਹਮਣੇ ਆਏ ਨੇ, ਤਾਂ ਹੁਣ ਗੱਲ ਰੱਖਦੇ ਨੇ ਆਪਣੀ। ਸੁਮੇਧ ਸੈਣੀ ਨੇ ਹੁਣ ਜੇ ਮੁਲਤਾਨੀ ਨੂੰ ਇਸ ਤਰੀਕੇ ਨਾਲ ਤਸ਼ੱਦਦ ਕੀਤਾ, ਇਹ ਨਹੀਂ ਕਿ ਇੱਕ ਮੁਲਤਾਨੀ ਹੋਏਗਾ, ਹੋਰ ਵੀ ਬੜੇ ਹੋਣਗੇ। ਫਿਰ ਪੁਲਿਸ ਵਾਲ ਲੱਗਦਾ ਜਾਂ ਬਾਕੀ ਹੋਰ ਵੀ ਸਾਹਮਣੇ ਆ ਕੇ ਉਹਨਾਂ ਨੂੰ ਗੱਲ ਕਹਿਣੀ ਚਾਹੀਦੀ ਹੈ, ਜਾਂ ਜਗੀਰ ਤੇ ਕੁਲਦੀਪ ਹੋਰ ਵੀ ਖੁਲਾਸੇ ਕਰ ਸਕਦੇ ਨੇ? ਦੇਖੋ, ਇਹਨਾਂ ਕੋਲ ਤਾਂ ਇਹਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਫੁੱਲ ਡਿਸਕਲੋਜ਼ਰ ਕੀਤਾ ਜਾਊਗਾ। ਇਹਨਾਂ ਦੀ ਸਟੇਟਮੈਂਟ ਇੱਕ ਵਾਰੀ ਰਿਕਾਰਡ ਹੋ ਚੁੱਕੀ ਹੈ, ਸੋ ਇਹਨਾਂ ਨੇ ਫੁੱਲ ਡਿਸਕਲੋਜ਼ਰ ਕਰ ਦਿੱਤਾ ਹੈ। ਰਹੀ ਗੱਲ ਦੂਜੇ ਲੋਕਾਂ ਦੀ, ਜਿਨ੍ਹਾਂ ਨੂੰ ਵੀ ਪਤਾ ਹੈ, SIT ਕੋਲ ਕਈ ਲੋਕ ਪੇਸ਼ ਹੋਏ ਆ ਜਿਨ੍ਹਾਂ ਨੇ ਡਿਟੇਲਸ ਦਿੱਤੀਆਂ, ਕਈ ਹੋਰ ਕੇਸਿਸ ਇਹਦੇ ਹਾਈਲਾਈਟ ਕਰ ਰਹੇ ਆ। ਇਸ ਕੇਸ ਦੇ ਵਿੱਚ ਜੋ ਐਵੀਡੈਂਸ ਲੋਕਾਂ ਨੂੰ ਪਤਾ ਹੈ ਉਹ ਲਿਆ ਰਹੇ ਆ ਅੱਗੇ
ਕਿਉਂਕਿ ਹੁਣ ਮੇਰੇ ਕੋਲ ਤਾਂ ਡਿਟੇਲ ਹੈ ਨਹੀਂ ਕਿ ਇਹਨਾਂ ਕੋਲ ਹੁਣ ਤੱਕ ਕਿੰਨੇ ਗਵਾਹ ਆਏ ਆ। CBI ਨੇ ਐਫੀਡੇਵਿਟ ਇਸ ਕੇਸ ਜੋ ਫਾਈਲ ਕੀਤਾ ਸੀ ਸੁਪਰੀਮ ਕੋਰਟ 'ਚ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ 70 ਗਵਾਹ ਐਗਜ਼ਾਮਿਨ ਕੀਤੇ ਹੈ। ਸੋ ਜੇ ਉਹਨਾਂ ਕੋਲ 70 ਗਵਾਹ ਸੀ, ਮੇਰਾ ਨਹੀਂ ਖਿਆਲ ਇਸ ਕੇਸ 'ਚ ਅਜੇ ਤੱਕ 70 ਗਵਾਹ ਅੱਗੇ ਆਏ ਹੈ, ਕਿਉਂਕਿ ਇਹ ਤਾਂ ਫਿਰ ਅਖਬਾਰਾਂ 'ਚ ਵੀ ਗੱਲ ਆਉਂਦੀ। ਦੂਜੀ ਗੱਲ, ਜਦੋਂ ਜਿਸ ਤਰ੍ਹਾਂ ਐਵੀਡੈਂਸ ਅੱਗੇ ਆਊਗੀ, ਲੋਕ ਅੱਗੇ ਆਉਣਗੇ, ਉਨਾ ਜ਼ਿਆਦਾ ਕੇਸ ਸਟਰੋਂਗ ਬਣੂਗਾ। ਹੁਣ ਮੇਰੇ ਤੱਕ ਜਾਂ ਪ੍ਰੈਸ ਤੱਕ ਜਾਂ SIT ਕੋਲ ਸਟੇਟਮੈਂਟ ਤਾਂ SIT ਕੋਲ ਰਿਕਾਰਡ ਹੋਣੀ ਹੈ। ਮੇਰੇ ਕੋਲ ਜਿੰਨੇ ਲੋਕ ਆਏ, ਮੈਂ ਉਹਨਾਂ ਨੂੰ ਕਿਹਾ ਜੀ SIT ਕੋਲ ਜਾਓ, ਮੈਂ ਕੁਝ ਨਹੀਂ ਕਰ ਸਕਦਾ। ਕੁਝ ਲੋਕਾਂ ਨੇ ਪ੍ਰੈਸ ਦੇ ਵਿੱਚ ਸਟੇਟਮੈਂਟ ਦਿੱਤੀ, ਉਹ ਪ੍ਰੈਸ ਦੀਆਂ ਸਟੇਟਮੈਂਟਸ ਤੋਂ SIT ਨੇ ਸਮਨ ਕਰ ਲਿਆ। ਉਹ ਚੀਜ਼ਾਂ ਤਾਂ ਹੁਣ ਤਫਤੀਸ਼ ਦੇ ਵਿੱਚ ਆ ਰਹੀਆਂ, ਲੇਕਿਨ ਜਿੰਨੇ ਲੋਕ ਅੱਗੇ ਆ ਰਹੇ ਆ ਉਹਦੇ ਨਾਲ ਉਹ ਚੇਨ ਜਾਂ ਲਿੰਕ ਜਿਹੜਾ ਹੁੰਦਾ ਐਵੀਡੈਂਸ ਦੀ, ਉਹ ਪੂਰੀ ਹੋ ਰਹੀ ਹੈ। ਔਰ ਓਬਵੀਅਸਲੀ ਸੁਮੇਧ ਸੈਣੀ ਤੇ ਸ਼ਿਕੰਜਾ ਕੱਸ ਰਿਹਾ, ਤਾਂ ਹੀ ਉਹ ਹਾਈ ਕੋਰਟ ਭੱਜਿਆ। ਤੁਸੀਂ ਵੇਖੋ ਤਫਤੀਸ਼ ਦੀਆਂ ਸਾਰੀਆਂ ਡਿਟੇਲ ਸੁਮੇਧ ਸੈਣੀ ਕੋਲ ਹੁੰਦੀਆਂ, ਤਾਂ ਹੀ ਜਦੋਂ ਪਰਚਾ ਦਰਜ ਹੋਇਆ ਉਹ ਹਿਮਾਚਲ ਭੱਜਿਆ। ਤਾਂ ਲੱਗਦਾ ਸ਼ਿਕੰਜੇ 'ਚੋਂ ਬਾਹਰ ਨਿਕਲ ਜਾਏਗਾ ਹੁਣ ਸੁਮੇਧ ਸਿੰਘ ਸੈਣੀ, ਜਿਸ ਤਰੀਕੇ ਨਾਲ ਤੁਸੀਂ ਹੁਣ ਅੱਗੇ ਆਏ ਹੋ, ਜਾਂ ਗਵਾਹ ਜਿਸ ਤਰੀਕੇ ਨਾਲ ਆ ਰਹੇ ਨੇ, ਜਾਂ ਤੁਸੀਂ ਕਿਹਾ ਕਿ ਬਿਆਨ ਹੋਏ ਨੇ, ਤਾਂ ਸ਼ਿਕੰਜਾ ਕੱਸੇਗਾ ਕਿਤੇ ਨਾ ਕਿਤੇ ਅੱਗੇ ਜਾ ਕੇ। ਦੇਖੋ, ਇਹ ਗੱਲ ਦਾ ਬੜਾ ਸਿੰਪਲ ਜਿਹਾ ਆਨਸਰ ਹੈ, ਨਾ ਮੇਰੇ ਕੀਤਿਆਂ ਕੁਝ ਹੋਣਾ ਹੈ, ਨਾ ਪਬਲਿਕ ਦੇ ਕੀਤਿਆਂ, ਨਾ ਕਿਸੇ ਹੋਰ ਗਵਾਹ ਦੇ। ਇਹ ਰੱਬ ਦੀ ਮਰਜ਼ੀ ਹੁੰਦੀ ਹੈ, ਨੇਰਗਰਦੀ ਚੱਲਦੀ ਨਹੀਂ ਕਦੇ। ਇਨਸਾਫ ਇੱਥੇ ਹੀ ਹੋਣਾ ਹੈ, ਪਾਪਾਂ ਦੀ ਸਜ਼ਾ ਇੱਥੇ ਹੀ ਭੁਗਤ ਕੇ ਜਾਣੀ ਹੈ, ਠੀਕ ਹੈ। ਤਾਂ ਇਸ ਕਰਕੇ ਰੱਬ ਨੇ ਜੇ ਸੁਮੇਧ ਸੈਣੀ ਨੂੰ ਬਖਸ਼ਣਾ ਹੁੰਦਾ, ਨਾ ਮੈਂ ਇਸ ਕੇਸ 'ਚ ਇੰਨਾ ਕਮਿਟਡ ਹੋ ਕੇ ਲੱਗਿਆ ਹੁੰਦਾ। ਮੈਂ ਤਾਂ ਹਰ ਕੇਸ ਮਿਹਨਤ ਕਰ ਰਿਹਾ। ਇੰਨੀਆਂ ਮੈਨੂੰ ਲੋਕਾਂ ਨੇ ਕਦੇ ਅਸੀਸਾਂ ਨਹੀਂ ਦਿੱਤੀਆਂ, ਕਦੇ ਇੰਨੀਆਂ ਅਰਦਾਸਾਂ ਨਹੀਂ ਕੀਤੀਆਂ ਕਿਸੇ ਕੇਸ ਲਈ, ਜਿੰਨੀਆਂ ਇਸ ਕੇਸ 'ਚ ਮੈਨੂੰ ਲੋਕੀ ਮੈਸੇਜਸ, ਅਨਨੋਨ ਲੋਕ ਮੈਸੇਜ ਪਾ ਰਹੇ ਹੈ, ਜਾਂ ਉਹ ਫੇਸਬੁੱਕ 'ਤੇ ਜਾਂ YouTube 'ਤੇ ਪਾ ਰਹੇ ਹੈ, ਜਾਂ ਮੈਨੂੰ WhatsApp ਮੈਸੇਜਸ ਕਰ ਰਹੇ ਹੈ ਕਿ ਜੀ ਅਸੀਂ ਤੁਹਾਡੀ ਜਿੱਤ ਲਈ ਅਰਦਾਸ ਕਰ ਰਹੇ ਹਾਂ। ਦੇਖੋ, ਉਹ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਰੱਬ ਦੇ ਉੱਤੇ ਵੀ, ਜੇ ਰੱਬ ਨੇ ਇਨਸਾਫ ਕਰਨਾ ਸੀ ਤਾਂ ਹੀ ਰੱਬ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਐਂ ਲਾਇਆ ਹੈ। ਤਾਂ ਜੇ ਆਪਾਂ ਪਹਿਲਾਂ ਵੀ ਉਦਾਹਰਨਾਂ ਸੁਣਦੇ ਆਏ ਹਾਂ, ਇਤਿਹਾਸ ਵੀ ਇਸ ਚੀਜ਼ ਦਾ ਗਵਾਹ ਹੈਗਾ ਵੀ ਜਿੰਨਾ ਤੁਸੀਂ ਜ਼ੁਲਮ ਕਰੋਗੇ ਉਹਦੀ ਆਵਾਜ਼ ਉਨੀ ਉੱਠਦੀ ਹੈ, ਉਹਦੇ ਇਸ ਤਰੀਕੇ ਨਾਲ ਉੱਠਦੀ ਹੈ ਕਿ ਤੁਹਾਡੇ ਤੇ ਕੱਲ੍ਹ ਜਾਂ ਪਰਸੋਂ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਫਿਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਘੜਾ ਭਰ ਗਿਆ ਸੀ ਸੁਮੇਧ ਸੈਣੀ ਦੇ ਟੋਰਚਰ ਕੀਤਾ ਉਹਨਾਂ ਨੇ, ਹਾਲੇ ਤਾਂ ਇੱਕ ਮੁਲਤਾਨੀ ਦਾ ਕੇਸ ਸਾਹਮਣੇ ਆਇਆ, ਜੇ ਹੋਰ ਲੋਕੀ ਆਉਣਗੇ ਜਾਂ ਲੋਕੀ ਦੱਸਣਗੇ ਹੋਰ ਬੜੇ ਕੇਸ ਨਿਕਲ ਸਕਦੇ ਨੇ ਅੱਗੇ ਆ ਕੇ। ਫਿਰ ਇਤਿਹਾਸ ਦੀ ਜਿਹੜੀ ਚੀਜ਼ ਕਹੀ ਗਈ ਸੀ ਉਹ ਸੱਚ ਹੋ ਗਈ ਹੈ ਵੀ ਪਾਪਾਂ ਦਾ ਘੜਾ ਭਰ ਗਿਆ, ਹੁਣ ਫੁੱਟਣ ਤੇ ਆ ਗਿਆ। ਦੇਖੋ, ਦੇਸ਼ ਸੇਵਾ ਬਰ ਮੋਹਿ ਇਹ ਹੈ, शुभ कर्मन ते कभू न डरो अरसों जब जाए लरो, निश्चय कर अपनी जीत करो। ये गुरु साहब ने आई नहीं किया, उन्होंने सानू राह दिखाया है कि तुसी इस राह ते चलो और जितोगे। सो असी जितन ਲਈ निकले, सच्चाई की जित होनी है। ये सच्चाई है कि सुमेध सैनी ने तशद्दद ढाई है, कोई झूठ नहीं है, तुहाडे दर्शक भी जानते हैं। सो इस करके सच्चाई की भी जित होनी है। असी तो इन्ना कर सकते हैं कि गुरु साहब के दिते राह ते चलीए, वो असी चल रहे हैं। बाकी सच्चाई भी सामने आऊगी और जित भी साडी होਊਗੀ, ਇਹ ਤੁਹਾਡੇ ਸਾਹਮਣੇ, क्योंकि सच्चाई ने जितना है। ਅਸੀਂ ਸੱਚੇ ਹਾਂ, ਇਸ ਗੱਲ ਤੇ ਮੈਨੂੰ ਪਤਾ ਹੈ। ਇੱਕ ਹੋਰ ਸਵਾਲ ਹੈ ਕਿ ਤੁਸੀਂ ਕੇਸ ਲੜ ਰਹੇ ਹੋ, ਬੜਾ ਹਾਈ ਪ੍ਰੋਫੈਸ਼ਨਲ ਕੇਸ ਹੈਗਾ, ਮੀਡੀਆ ਦੀ ਲਗਾਤਾਰ ਹੀ ਸੁਰਖੀਆਂ ਬੰਦਾ ਆ ਰਿਹਾ, ਤੁਹਾਨੂੰ ਥ੍ਰੈਟ ਆਇਆ ਕਿਸੇ ਦਾ? ਤੁਹਾਨੂੰ ਕਿਸੇ ਨੇ ਕਿਹਾ ਹੋਵੇ ਵੀ ਇਸ ਚੀਜ਼ ਤੋਂ ਪਿੱਛੇ ਹਟ ਜਾਓ? ਕਿਸੇ ਨੇ ਵੀ ਕਿਹਾ ਹੋਵੇ? ਕਿਉਂਕਿ ਕਾਫੀ 29 ਸਾਲ ਦਾ ਕੇਸ ਹੈਗਾ, ਕਿਸੇ ਨਾ ਕਿਸੇ ਨੇ ਜਾ ਕੇ ਕਿਸੇ ਨੂੰ ਥ੍ਰੈਟ ਕੀਤਾ ਹੀ ਹੋਣਾ। ਦੇਖੋ, ਕਬੀਰ ਜੀ ਨੇ ਕਿਹਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨ ਛਾੜੇ ਖੇਤ। ਇਹ ਸਾਨੂੰ ਰਾਹ ਗੁਰਬਾਣੀ 'ਚ ਬੜੀ ਕਲੀਅਰਲੀ ਦੱਸਿਆ ਹੋਇਆ ਹੈ। ਨਾ ਮੈਂ ਡਰਦਾ, ਨਾ ਪਿੱਛੇ ਹਟਦਾ, ਰੱਬ ਦਾ ਨਾਂ ਲੈ ਕੇ ਲੜੀਦਾ। ਔਰ ਸੁਮੇਧ ਸਿੰਘ ਸੈਣੀ ਵਰਗੇ ਦਾਗੀਆਂ ਤੋਂ ਡਰਨਾ ਨਾ ਮੈਂ ਸਿੱਖਿਆ, ਨਾ ਮੈਂ ਪਿੱਛੇ ਹਟਾਂਗਾ, ਠੀਕ ਹੈ। ਇਹਨੂੰ ਜੇ ਲੱਗਦਾ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਿ ਸੁਮੇਧ ਸਿੰਘ ਸੈਣੀ ਨੁਕਸਾਨ ਕਰ ਸਕਦਾ ਹੈ, ਜਿਹੜਾ ਮੈਨੂੰ ਐਡਵਾਈਸ ਦੇਣਾ ਚਾਹੁੰਦਾ, ਥੈਂਕ ਯੂ ਫॉर ਦੀ ਐਡਵਾਈਸ। ਤੇ ਜੇ ਕੋਈ ਸੋਚਦਾ ਨੁਕਸਾਨ ਕਰ ਲਵੇ, ਤੇ ਫਿਰ ਉਹ ਕਹਿੰਦਾ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਤਾਂ ਉਹੀ ਮੰਨਦਾ, ਰੱਬ ਨੇ ਰੱਖਣਾ। ਸੈਣੀ ਵਰਗਿਆਂ ਤੋਂ ਨਾ ਕਦੇ ਨੁਕਸਾਨ ਹੋ ਸਕਿਆ, ਨਾ ਹੋ ਸਕੂਗਾ। ਉਹ ਰਹਿ ਲਵੇ ਜਿਹੜੀ ਆਪਣੀ ਦੁਨੀਆ 'ਚ ਰਹਿੰਦਾ, ਪੰਗਾ ਲੈਣਾ ਚਾਹੁੰਦਾ, ਮੈਂ ਨਹੀਂ ਡਰਦਾ, ਮੈਂ ਤਾਂ ਰੱਬ ਤੋਂ ਡਰਦਾ। ਜਿਸ ਤਰ੍ਹਾਂ ਤੁਹਾਨੂੰ ਤੁਸੀਂ ਕਿਹਾ ਕਿ ਮੈਸੇਜ ਆਦੇ ਨੇ, ਸੋਸ਼ਲ ਮੀਡੀਆ ਤੁਹਾਨੂੰ ਮੈਸੇਜ ਆਦੇ ਨੇ, ਲੋਕੀ ਦੁਆਵਾਂ ਕਰਦੇ ਨੇ ਕਿ ਜੋ ਵੀ ਸੁਮੇਧ ਸੈਣੀ ਨੇ ਕੀਤਾ ਉਸ ਦੇ ਖਿਲਾਫ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਫਿਰ ਤੁਹਾਨੂੰ ਲੱਗਦਾ ਕਿਤੇ ਨਾ ਲੋਕਾਂ ਦੀ ਦੁਆਵਾਂ ਦਾ ਵੀ ਅਸਰ ਹੋਇਆ, ਵੀ ਲੋਕ ਸਾਹਮਣੇ ਆਏ ਨੇ, ਇਹ ਕੇਸ ਆਪਣੇ ਅੰਤਿਮ ਅੰਜਾਮ ਤੱਕ ਪੁੱਜੇਗਾ, ਉਹ ਜਿਹਨੇ ਤਸ਼ੱਦਦ ਕੀਤਾ ਉਸ ਨੂੰ ਸਜ਼ਾ ਹੋ ਕੇ ਰਹੇਗੀ? ਇਹਦਾ ਜੇ ਵਿਸ਼ਵਾਸ ਨਾ ਹੁੰਦਾ ਤੇ ਮੈਂ ਕੇਸ ਹੀ ਕਿਉਂ ਲੜਦਾ? ਕੇਸ ਤਾਂ ਅਸੀਂ ਦੂਜਿਆਂ 'ਚ ਇੰਨੀ ਮਿਹਨਤ ਕਰੀ ਦੀ ਹੈ। ਇਸ ਕੇਸ ਦਾ ਤਾਂ ਕ੍ਰੈਡਿਟ ਹੀ ਮੈਂ ਉਹਨਾਂ ਅਰਦਾਸਾਂ ਨੂੰ ਦਿੰਦਾ, ਓਪਨਲੀ ਦਿੰਦਾ। ਤੁਸੀਂ ਬਾਕੀ ਛੱਡੋ, ਤੁਹਾਡੀ ਇੰਟਰਵਿਊ 'ਤੇ ਜਿਹੜੇ ਕਮੈਂਟਸ ਆਉਣਗੇ ਉਹਨਾਂ 'ਚ ਦੇਖ ਲਿਓ ਕਿੰਨੇ ਲੋਕੀ ਇਹ ਅਰਦਾਸ ਕਰ ਰਹੇ ਹੋਣਗੇ ਕਿ ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਮਿਲੇ। ਤੇ ਫਿਰ ਉਹੀ ਗੱਲ ਆਉਂਦੀ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਰੱਬ ਨੇ ਕਦੇ ਸੰਗਤ ਦੀ ਅਰਦਾਸ ਨਹੀਂ ਮੋੜੀ, ਇੰਨੇ ਲੋਕਾਂ ਦੀਆਂ ਅਰਦਾਸਾਂ ਕਿਵੇਂ ਰੱਬ ਮੋੜ ਸਕਦੇ? ਔਰ ਜੇ ਰੱਬ ਨੇ ਇਹਨੂੰ ਛੱਡਣਾ ਹੁੰਦਾ ਤਾਂ ਸੈਣੀ ਨਿਕਲ ਗਿਆ ਸੀ ਬਹੁਤ ਪਹਿਲਾਂ।
ਹੁਣ ਇੱਕ ਹੋਰ ਮੈਂ ਜਿਵੇਂ ਪਹਿਲਾਂ ਹੀ ਮੈਂ ਦਰਸ਼ਕਾਂ ਨੂੰ ਦਿਖਾਇਆ ਸੀ ਕਿ ਮੈਂ ਕਾਪੀ ਹੈਗੀ ਹੈ। ਹੁਣ ਫਾਈਨਲ ਜਿਹੜੀ ਹੁਣ ਗਵਾਹ ਹੋਏ ਨੇ ਜਿਹੜੇ ਦੋ ਪੁਲਿਸ ਵਾਲਿਆਂ ਦੇ, ਉਹ ਗਵਾਹ ਨੇ ਕੀ ਕੀ ਕਿਹਾ, ਕਿਉਂਕਿ ਡਿਟੇਲ 'ਚ ਦੱਸੋ, ਇਹ ਦਰਸ਼ਕ ਜਾਣਨਾ ਚਾਹੁੰਦੇ ਨੇ, ਕਿਉਂਕਿ ਹੁਣੇ ਗਵਾਹ ਹੋਏ ਨੇ ਕੁਲਦੀਪ ਸਿੰਘ ਤੇ ਜਗੀਰ ਸਿੰਘ ਦੇ। ਵੇਖੋ ਸਮਰੀ ਇਹ ਹੈ ਕਿ ਜਗੀਰ ਸਿੰਘ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਮੁਲਤਾਨੀ ਦੇ ਪਿੱਛੇ ਡੰਡਾ ਦਿੱਤਾ ਸੁਮੇਧ ਸਿੰਘ ਸੈਣੀ ਦੇ ਡਾਇਰੈਕਟ ਆਰਡਰਸ ਤੇ ਉਹਦੀ ਪ੍ਰੈਜ਼ੈਂਸ ਦੇ ਵਿੱਚ, ਔਰ ਉਸ ਤੋਂ ਬਾਅਦ ਉਸ ਡੰਡੇ ਤੇ ਠੁੱਡਾਂ ਮਾਰੀਆਂ। ਓਬਵੀਅਸਲੀ ਮੁਲਤਾਨੀ ਕੋਲੈਪਸ ਕਰ ਗਿਆ, ਬਲੀਡਿੰਗ ਹੋਈ। ਅਗਲੇ ਦਿਨ ਵੀ ਜਗੀਰ ਸਿੰਘ ਨੇ ਉਹਨੂੰ ਬਲੀਡ ਕਰਦੇ ਹੋਏ ਦੇਖਿਆ, ਔਰ ਫਿਰ ਸੁਮੇਧ ਸੈਣੀ ਨੇ ਜਗੀਰ ਸਿੰਘ ਨੂੰ ਦੱਸਿਆ ਕਿ ਮੁਲਤਾਨੀ ਮਰ ਗਿਆ। ਉਸ ਤੋਂ ਇਲਾਵਾ ਜਿਹੜਾ ਕੁਲਦੀਪ ਸਿੰਘ ਨੇ ਜਿਵੇਂ ਡਿਟੇਲ ਦਿੱਤੀ ਹੈ ਕਿ ਕਿਸ ਤਰ੍ਹਾਂ 11 ਦਸੰਬਰ ਨੂੰ ਮੁਲਤਾਨੀ ਨੂੰ ਚੁੱਕਿਆ ਸੀ, 13 ਤਰੀਕ ਨੂੰ ਫਿਰ ਉਹ ਝੂਠੇ ਕਾਗਜ਼ ਤਿਆਰ ਕੀਤੇ ਗਏ, ਮੀਮੋਜ਼ ਤਿਆਰ ਹੋਏ ਝੂਠੇ, ਜਿਨ੍ਹਾਂ 'ਤੇ ਇਹਦੇ ਸਾਈਨ ਹੋਏ। ਸੋ ਉਹ ਚੀਜ਼ਾਂ ਦੀਆਂ ਡਿਟੇਲਸ, ਝੂਠੇ ਡਾਕੂਮੈਂਟਸ ਤਿਆਰ ਕਰਨ ਦੀ, ਉਹ ਕੁਲਦੀਪ ਸਿੰਘ ਨੇ ਦਿੱਤੀ ਹੈ। ਸੋ ਇੱਕ ਇਨੋਸੈਂਟ ਬੰਦੇ ਨੂੰ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੇ ਕਸਟਡੀ ਦੇ ਵਿੱਚ ਤਸ਼ੱਦਦ ਕੀਤੀ, ਔਰ ਉਹਨੂੰ ਉਹਦੀ ਜਾਨ ਲਈ, ਉਸ ਤੋਂ ਬਾਅਦ ਉਹਨੂੰ ਇੱਕ ਟੈਰਰਿਸਟ ਕਰਾਰ ਦਿਵਾਇਆ, ਇੱਕ ਬੇਗੁਨਾਹ ਬੰਦੇ ਨੂੰ। ਇਹ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਸੋ ਇਹ ਪਾਪ ਸੁਮੇਧ ਸਿੰਘ ਸੈਣੀ ਨੇ ਕੀਤਾ ਹੈ, ਜਿਹਦੀ ਇਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਨੌਲੇਜ ਦੇ ਵਿੱਚ ਕੀ ਕੀ ਹੋਇਆ, ਔਰ ਇਹਨਾਂ ਨੇ ਆਪ ਉਹਦੇ ਵਿੱਚ ਥੋੜ੍ਹਾ ਜਿਹਾ ਹੀ ਸਹੀ ਪਰ ਕੀ ਰੋਲ ਪਲੇ ਕੀਤਾ। ਔਰ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦਾ ਜ਼ਮੀਰ ਜਾਗਿਆ ਹੈ ਔਰ ਇਹ ਅੱਗੇ ਆਏ ਹੈ। ਜਿਸ ਤਰੀਕੇ ਨਾਲ ਭੱਜਣ ਦੀ ਗੱਲ ਕੀਤੀ ਸੀਗੀ ਕਿ ਮੁਲਤਾਨੀ ਭੱਜ ਗਿਆ ਸੀ, ਉਹ ਫਿਰ ਕਿਵੇਂ ਸਾਰਾ ਵਾਕਿਆ ਹੋਇਆ? ਡਿਟੇਲ ਦੇ ਵਿੱਚ ਕਿਤੇ ਲਿਖਿਆ ਵੀ ਉਹ ਕਿਵੇਂ ਭੱਜਣ ਦੀ ਕਾਪੀ ਬਣਾਈ ਗਈ, ਕਿਵੇਂ ਉਸ ਵਿੱਚ ਰਿਕਾਰਡ ਦਰਜ ਕੀਤਾ ਗਿਆ? ਉਹ ਡਿਟੇਲਸ ਹੁਣ ਤਫਤੀਸ਼ ਦੇ ਵਿੱਚ ਆਉਣਗੀਆਂ ਜੀ ਅੱਗੇ ਸਾਰੀਆਂ। ਮਤਲਬ ਇਸ ਸਟੇਜ ਤੇ ਮੇਰੇ ਕੋਲ ਤਫਤੀਸ਼ ਦੀਆਂ ਡਿਟੇਲਸ ਨਹੀਂ ਹੈ। ਇਹਨਾਂ ਨੇ ਤਾਂ ਜੋ ਇਹਨਾਂ ਦੇ ਸਾਹਮਣੇ ਚੀਜ਼ਾਂ ਹੋਈਆਂ ਉਹਦੀਆਂ ਡਿਟੇਲਸ ਦਿੱਤੀਆਂ ਜੀ। ਸੋ ਮੇਰਾ ਖੋ ਸਵਾਲ ਕੀ ਤੁਹਾਨੂੰ ਲੱਗਦਾ ਵੀ ਜੋ ਸਿੱਟ ਆਪਣਾ ਕੰਮ ਬਿਲਕੁਲ ਇਮਾਨਦਾਰੀ ਨਾਲ ਕਰ ਰਹੀ ਹੈ ਤੇ ਇਸ ਕੇਸ ਨੂੰ ਅੰਜਾਮ ਤੇ ਪਹੁੰਚਾਏਗੀ? ਦੇਖੋ ਫਿਰ ਉਹੀ ਗੱਲ ਆਉਂਦੀ ਹੈ ਕਿ ਮੇਰੇ ਕੋਲ ਕਿਉਂਕਿ ਤਫਤੀਸ਼ ਦੀ ਡਿਟੇਲ ਨਹੀਂ ਹੈ, ਸੋ ਮੇਰੇ ਕੋਲ ਸਿੱਟ ਤੇ ਕੋਈ ਐਲੀਗੇਸ਼ਨ ਲਾਉਣ ਦੇ ਲਈ ਕੋਈ ਗਰਾਊਂਡ ਨਹੀਂ ਹੈ। ਔਰ ਦੂਜੀ ਗੱਲ ਇਹ ਆਉਂਦੀ ਹੈ ਕਿ ਜੇ ਅਗੇਂਸਟ ਕੁਝ ਨਹੀਂ ਹੈ, ਮੈਂ ਫॉर ਵੀ ਨਹੀਂ ਬੋਲਦਾ। ਅਜੇ ਤੱਕ ਤਾਂ ਠੀਕ ਚੱਲ ਰਿਹਾ ਸਾਰਾ, ਤਫਤੀਸ਼ ਉਹ ਕਰ ਰਹੀ ਹੈ। ਕਿਤੇ ਨਾ ਕਿਤੇ ਸੈਣੀ ਤੇ ਸ਼ਿਕੰਜਾ ਕੱਸਿਆ, ਜਿਹਦੇ ਕਰਕੇ ਸੈਣੀ ਨੂੰ ਭਾਜੜ ਪੈ ਰਹੀ ਹੈ, ਜਿਹਦਾ ਮਤਲਬ ਹੈ ਕੰਮ ਤਾਂ SIT ਦਾ ਚੰਗਾ ਹੀ ਹੈ। ਔਰ ਰਹੀ ਗੱਲ ਇਨਫੋਰਮੇਸ਼ਨ ਕੀ ਹੈ, ਉਹ ਸੈਣੀ ਨੂੰ ਮੇਰੇ ਤੋਂ ਪਹਿਲਾਂ ਹੁੰਦੀ ਹੈ, ਮੇਰੇ ਕੋਲ ਤਾਂ ਹੁੰਦੀ ਨਹੀਂ। ਮੈਨੂੰ ਤਾਂ ਉਦੋਂ ਪਤਾ ਲੱਗ ਜਾਂਦਾ ਜਦੋਂ ਕੋਰਟ ਦੇ ਵਿੱਚ ਬਹਿਸ ਹੁੰਦੀ ਹੈ ਔਰ ਪ੍ਰੋਸੀਕਿਊਸ਼ਨ ਡਿਟੇਲਸ ਦਿੰਦੀ ਹੈ। ਸੁਮੇਧ ਸੈਣੀ ਨੂੰ ਪਹਿਲਾਂ ਪਤਾ ਹੁੰਦਾ। ਉਹ ਕਿੱਥੋਂ ਪਤਾ ਲੱਗਦਾ ਹੈ? ਉਹ ਇੱਕ ਅੱਧਾ ਹੋਊਗਾ ਵਿੱਚ ਇਹਦਾ ਬੰਦਾ ਜਿਹੜਾ ਇਹਨੂੰ ਇਨਫੋਰਮੇਸ਼ਨ ਦੇ ਰਿਹਾ ਹੋਣਾ, ਬਟ ਇਹਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਕਿਸੇ ਵੀ ਸਟੇਜ 'ਤੇ, ਸਾਡੇ 'ਚੋਂ ਕਿਸੇ ਨੂੰ ਵੀ SIT ਨੂੰ ਇਸ ਸਟੇਜ 'ਤੇ ਅਸੈਸ ਕਰਨ ਦੀ ਜਾਂ ਉਹਦਾ ਕੰਮ ਕ੍ਰਿਟਿਸਾਈਜ਼ ਕਰਨ ਦੀ ਲੋੜ ਹੈ। ਇਹ ਤਾਂ ਸਿਰਫ ਵੇਟ ਐਂਡ ਵਾਚ ਸਿਚੁਏਸ਼ਨ ਹੈ। ਥੋੜੀ ਦੇਰ ਤੱਕ ਇਸ ਚੀਜ਼ ਦੀ ਕਲੈਰਿਟੀ ਹੋਊਗੀ। ਇੱਕ ਆਖਰੀ ਸਵਾਲ ਹੈ ਕਿ ਅੱਜ ਕੋਰਟ ਵਿੱਚ ਇਹਨਾਂ ਨੇ ਪੇਸ਼ ਹੋਣਾ ਸੀ, ਜੋ ਦੁਬਾਰਾ ਬਿਆਨ ਦਰਜ ਕਰਵਾਉਣੀ ਸੀ, ਅੱਜ ਫਿਰ ਕੋਰਟ ਵਿੱਚ ਕੀ ਹੋਇਆ? ਇੱਕ ਆਖਰੀ ਸਵਾਲ ਹੈ। ਉਹ ਉਹਨਾਂ ਦੀ ਸਟੇਟਮੈਂਟ ਹੋਣੀ ਸੀ, ਜੋ ਰੂਟੀਨ ਸਟੇਟਮੈਂਟ ਅੱਜ ਹੋ ਜੂਗੀ। ਜਿਵੇਂ ਕਿ CJM ਨੇ ਆਰਡਰ ਕੀਤਾ ਸੀ, CJM ਮੈਡਮ ਦੇ ਆਰਡਰਸ ਤੋਂ ਬਾਅਦ ਇਹਨਾਂ ਦੀ ਦੁਬਾਰਾ ਸਟੇਟਮੈਂਟ ਹੋਣੀ ਸੀ ਅੱਜ, ਜਗੀਰ ਸਿੰਘ ਦੀ ਤੇ ਕੁਲਦੀਪ ਸਿੰਘ ਦੀ। ਸੋ ਉਹ ਸਟੇਟਮੈਂਟ ਜੱਜ ਸਾਹਿਬ ਨੇ ਆਪ ਇਕੱਲਿਆਂ ਰਿਕਾਰਡ ਕਰਨੀ ਹੁੰਦੀ ਹੈ ਇਹਨਾਂ ਦੀ, ਜਿਹਦੇ ਵਿੱਚ ਕੋਈ ਵੀ ਪ੍ਰੈਜ਼ੈਂਟ ਨਹੀਂ ਹੁੰਦਾ। ਸੋ ਉਹ ਰੂਟੀਨ 'ਚ ਉਹਨਾਂ ਦੀ ਇਕੱਲੀ ਸਟੇਟਮੈਂਟ ਰਿਕਾਰਡ ਹੋ ਰਹੀ ਹੈ। ਇਹ ਸਨ ਸਾਡਾ ਐਡਵੋਕੇਟ ਪ੍ਰਦੀਪ ਵਿਰਕ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਜਿਸ ਤਰੀਕੇ ਨਾਲ ਤਸ਼ੱਦਦ ਹੋਇਆ ਸੀ ਮੁਲਤਾਨੀ ਦੇ ਉੱਤੇ DGP ਸੁਮੇਧ ਸੈਣੀ ਨੇ ਕੀਤੇ ਸੀ। ਹੁਣ ਕਿਤੇ ਨਾ ਕਿਤੇ ਪਾਪਾਂ ਦਾ ਘੜਾ ਜਿਹੜਾ ਉਹ ਭਰ ਗਿਆ। ਹੁਣ ਲੋਕ ਅੱਗੇ ਆ ਰਹੇ ਨੇ, ਦੋ ਪੁਲਿਸ ਵਾਲੇ ਅੱਗੇ ਆਏ ਨੇ, ਤਾਂ ਹੁਣ ਦੇਖਾਂਗੇ ਕਿ ਅੱਗੇ ਜਾ ਕੇ ਇਸ ਕੇਸ ਵਿੱਚ ਕੀ ਹਲਚਲ ਹੋਏਗੀ। ਇਹ ਸਾਰੀ ਸਟੇਟਮੈਂਟ ਹੈ ਜਿਸ ਤਰੀਕੇ ਨਾਲ ਇਸ ਵਿੱਚ ਪੁਲਿਸ ਵਾਲੇ ਨੇ ਕਿਹਾ ਗਿਆ ਹੈ ਕਿ ਸੁਮੇਧ ਸੈਣੀ ਦੇ ਕਹਿਣ ਦੇ ਉੱਤੇ ਉਸਦੇ ਪ੍ਰਾਈਵੇਟ ਪਾਰਟ ਵਿੱਚ ਡੰਡਾ ਦੇ ਕੇ ਪਿੱਛੇ ਠੁੱਡ ਮਾਰੀ ਗਈ ਹੈ ਤੇ ਇੰਨੀ ਬਲੀਡਿੰਗ ਹੋਈ ਹੈ ਕਿ ਉੱਥੇ ਹੀ ਮੁਲਤਾਨੀ ਦੀ ਮੌਤ ਹੋ ਗਈ। ਹੁਣ ਇਹ ਜਿਹੜੀ ਸਟੇਟਮੈਂਟ ਮੇਰੇ ਹੱਥ ਵਿੱਚ ਹੈਗੀ ਹੈ, ਇਹ ਪੁਲਿਸ ਵਾਲੇ ਨੇ ਦਰਜ ਕਰਾਈ ਹੈ ਕੋਰਟ ਦੇ ਵਿੱਚ। ਹੁਣ ਦੇਖਾਂਗੇ ਅੱਗੇ ਜਾ ਕੇ ਕੀ ਇਸ ਕੇਸ ਦਾ ਕੀ ਰੁਖ ਹੋਏਗਾ। ਇਨਸਾਫ ਲਈ ਦੇਰੀ ਜ਼ਰੂਰ ਹੋ ਗਈ ਹੈ, ਪਰ ਕਿਤੇ ਨਾ ਕਿਤੇ ਇਨਸਾਫ ਦੀ ਝਲਕ ਜਿਹੜੀ ਹੈ ਉਹ ਹੁਣ ਦਿਖਣ ਵਾਸਤੇ ਮਿਲ ਗਈ ਹੈ ਤੇ ਇਨਸਾਫ ਜਿਹੜਾ ਉਹ ਮਿਲੇਗਾ। ਔਰ ਜੋ ਵੀ ਇਸ ਕੇਸ ਦਾ ਇੰਜਾਮ ਹੈਗਾ, ਅਸੀਂ ਆਪਦੀ ਅੱਖਾਂ ਨਾਲ ਦੇਖਾਂਗੇ ਔਰ ਇਹ ਵੀ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ DGP ਸੁਮੇਧ ਸੈਣੀ ਨੂੰ ਇਸ ਕੇਸ ਵਿੱਚ ਕੀ ਸਜ਼ਾ ਹੋਵੇਗੀ।